पहली बार मैं किसी ट्रेनिंग ते इंटरनेशनली गई हैं और बहुत कुछ सीखण नूं मिलिਆ ਪੂਰੀਆਂ ਸਾਡੀਆਂ 9 to 5 ਜਿਹੜੀਆਂ ਨੇ ਉੱਥੋਂ ਦੇ ਪ੍ਰਿੰਸੀਪਲਸ ਉੱਥੋਂ ਦੇ ਮੈਂਟੋਰਸ ਦੁਆਰਾ ਸਾਨੂੰ ਟ੍ਰੇਨਿੰਗ ਦਿੱਤੀ ਗਈ ਔਰ ਅਸੀਂ ਉੱਥੋਂ ਦੇ ਸਕੂਲਸ 'ਚ ਵੀ ਵਿਜ਼ਿਟ ਕੀਤਾ ਔਰ ਪੂਰਾ ਉਹਨਾਂ ਦਾ ਐਜੂਕੇਸ਼ਨ ਸਿਸਟਮ ਜਿਹੜਾ ਹੈ ਉਹ ਸਮਝ ਕੇ ਆਏ ਹਾਂ। ਉਹਨਾਂ ਦਾ ਜਿਹੜਾ ਇਹ ਹੈ ਕਿ ਉਹ ਫਸਟ ਆਫ ਆਲ ਪਰਸਨਲ ਵਿਕਟਰੀ ਟੂ ਸੋਸ਼ਲ ਵਿਕਟਰੀ ਕਿ ਅਗਰ ਪ੍ਰਿੰਸੀਪਲ ਦੀ ਆਪਣੀ ਜਿਹੜੀ ਪਰਸਨੈਲਿਟੀ ਹੈ ਉਹ ਪੂਰੀ ਤਰ੍ਹਾਂ ਡਿਵੈਲਪ ਹੋਏਗੀ ਫਿਰ ਹੀ ਉਹ ਸੋਸ਼ਲੀ ਕਿਸੇ ਨੂੰ ਸਿਖਾ ਸਕਦਾ ਹੈ। मैं मेरा टोटल 25 साल का गवर्नमेंट जॉब का एक्सपीरियंस है। मैं 22 साल फिजिक्स लेक्चरर रही हूँ, उस तो बाद मेरी प्रमोशन हुई है। हर एक टीचर दी आफ्टर एवरी 2 ईयर्स उत्थे ट्रेनिंग होंदी है। हर एक प्रिंसीपल दी आफ्टर एवरी 6 ईयर्स नेशनल भी और इंटरनेशनल भी ट्रेनिंग होंदी है। ਉਹ ਪ੍ਰਿੰਸੀਪਲ ਤੋਂ ਹਰ ਸਾਲ ਲਿਖ ਕੇ ਲੈਂਦੇ ਨੇ ਜਿਹਨੂੰ ਉਹ ਪੇਪਰ ਪ੍ਰਪੋਜ਼ਲ ਕਹਿੰਦੇ ਨੇ ਕਿ ਆਉਣ ਵਾਲੇ ਸੈਸ਼ਨ ਦੇ ਵਿੱਚ ਪ੍ਰਿੰਸੀਪਲ ਆਪਣੇ ਸਕੂਲ ਦੇ ਵਿੱਚ ਕਿਹੜੇ-ਕਿਹੜੇ ਪ੍ਰੋਜੈਕਟਸ ਕਰੇਗਾ ਔਰ ਕਿਹਨਾਂ ਚੀਜ਼ਾਂ ਤੇ ਉਹ ਕੰਮ ਕਰੇਗਾ। ਤੁਸੀਂ ਇਹ ਦੇਖੋ ਕਿ ਉਹ ਗਵਰਨਮੈਂਟ ਹਰ 6 ਸਾਲ ਬਾਅਦ ਪ੍ਰਿੰਸੀਪਲ ਦੀ ਟ੍ਰਾਂਸਫਰ ਕਰ ਦਿੰਦੀ ਹੈ। ਓਕੇ, ਉਹ ਕਹਿੰਦੇ ਨੇ ਕਿ ਉਸ ਪ੍ਰਿੰਸੀਪਲ ਨੇ ਜਿੰਨਾ ਇਸ ਸਕੂਲ ਲਈ ਵਿਜ਼ਨ ਰੱਖਣਾ ਸੀ, ਜੋ ਕਰਨਾ ਸੀ ਉਹ ਪ੍ਰੋਜੈਕਟਸ ਕਰ ਲਏ। ਹੁਣ ਉਹਨੂੰ ਕੋਈ ਨਵਾਂ ਸਕੂਲ ਦਿੱਤਾ ਜਾਏਗਾ ਜਿੱਥੇ ਉਹ ਜਾ ਕੇ ਦੁਬਾਰਾ ਆਪਣੇ ਪ੍ਰੋਜੈਕਟਸ ਸ਼ੁਰੂ ਕਰੇਗੀ। ਜਿਵੇਂ ਅਸੀਂ ਦੇਖਿਆ ਕਿ ਕਿਸੇ ਪ੍ਰਿੰਸੀਪਲ ਨੇ ਕਿਹਾ ਕਿ ਮੈਂ ਇਸ ਸਾਲ ਆਪਣੇ ਸਟੂਡੈਂਟਸ ਨੂੰ ਜਿਵੇਂ ਤੁਸੀਂ ਕਹਿੰਦੇ ਹੋ ਟੈਬਲੇਟ ਕੰਪਿਊਟਰਸ ਨਾਲ ਐਜੂਕੇਟ ਕਰਨਾ ਹੈ ਤੇ ਉਹਨਾਂ ਦੇ ਬੱਚਿਆਂ ਨੂੰ ਸਾਰਿਆਂ ਨੂੰ ਟੈਬਲੇਟ ਮਿਲ ਗਏ। ਓਕੇ, ਨਾਲ ਵਾਲੇ ਸਕੂਲ ਨੇ ਨੇਬਰਿੰਗ ਸਕੂਲ ਸੀ, ਉਹਨੇ ਕਿਹਾ ਵੀ ਬਿਲਕੁਲ ਨਹੀਂ ਹੈ ਨਾ, ਮੈਨੂੰ ਲੱਗਦਾ ਕਿ ਮੇਰੇ ਸਟੂਡੈਂਟਸ ਦੀਆਂ ਅੱਖਾਂ 'ਤੇ ਇਫੈਕਟ ਪਏਗਾ, ਅਸੀਂ ਕਲਾਸਰੂਮ ਟੀਚਿੰਗ ਜਿਹੜੀ ਉਹ ਇੰਪਰੂਵ ਕਰਨੀ ਹੈ। ਤਾਂ ਉਹਨਾਂ ਨੂੰ ਟੀਚਰਸ ਨਵੇਂ ਰੱਖਣ ਲਈ ਫੰਡਿੰਗ ਮਿਲ ਗਈ। ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ, ਮੈਂ ਮਨਜੋਤ ਮਾਜਰਾ ਤੁਹਾਡਾ ਸਵਾਗਤ ਕਰਦਾ ਹਾਂ। ਕਹਿੰਦੇ ਗੁਰੂ ਜਿਨ੍ਹਾਂ ਦੇ ਟੱਪਣੇ ਤੇ ਚੇਲੇ ਜਾਣ ਛੜਪ। ਜਦੋਂ ਸਾਡੇ ਗੁਰੂ ਅਵਲ ਦਰਜੇ ਦੇ ਹੋਣ ਤੇ ਉਦੋਂ ਬਣਦਾ ਆ ਵੀ ਜਿਹੜਾ ਬੱਚਾ ਉਹ ਗੁਰੂ ਦਾ ਚੰਡਿਆ ਹੋਇਆ ਤੇ ਉਹ IPS ਅਫਸਰ ਜਾਂ ਹੋਰ ਵੱਡੇ ਵੱਡੇ ਅਹੁਦਿਆਂ ਤੇ ਡਾਕਟਰ ਸਾਨੂੰ ਉਹਨਾਂ ਗੁਰੂਆਂ ਤੋਂ ਹੀ ਪ੍ਰਾਪਤ ਸਿੱਖਿਆ ਦੁਆਰਾ ਬਣਾਇਆ ਜਾਂਦਾ ਆ। ਤੇ ਉੱਥੇ ਮੈਂ ਜੇ ਗੱਲ ਕਰਾਂ ਸਿੱਖਿਆ ਦੀ ਤੇ ਸਾਡੇ ਨਾਲ ਉਹਨਾਂ 35 ਪ੍ਰਿੰਸੀਪਲਾਂ ਦੇ ਵਿੱਚੋਂ ਇੱਕ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਸਿੰਗਾਪੁਰ ਦਾ ਗੇੜਾ ਕੱਢਿਆ ਤੇ ਮੈਂ ਗੱਲ ਕਰਦਾ ਵਿਸ਼ਵਕ੍ਰਿਤ ਕੌਰ ਮੈਮ ਜੀ ਨਾਲ। ਮੈਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਡੇਲੀ ਪੋਸਟ ਪੰਜਾਬੀ ਦੇ ਤੁਹਾਡਾ ਸਵਾਗਤ ਕਰਦੇ ਹਾਂ ਜੀ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਤੁਹਾਡੇ ਮੂੰਹ ਤੇ ਖੁਸ਼ੀ ਆ ਤੇ ਬੜੀ ਰੌਣਕ ਹੈ ਤੇ ਕਿੱਦਾਂ ਲੱਗਿਆ ਸਿੰਗਾਪੁਰ ਦਾ ਜਿਹੜਾ ਗੇੜਾ ਕੱਢਿਆ ਤੁਸੀਂ 35 ਪ੍ਰਿੰਸੀਪਲਾਂ ਦੇ ਵਿੱਚੋਂ ਸਿਲੈਕਟ ਹੋਏ? ਬਹੁਤ ਅੱਛਾ ਲੱਗਿਆ ਜੀ। ਇਹ ਮੇਰਾ ਫਸਟ ਇੰਟਰਨੈਸ਼ਨਲ ਐਕਸਪੋਜ਼ਰ ਸੀ। ਪਹਿਲੀ ਵਾਰ ਮੈਂ ਕਿਸੇ ਟ੍ਰੇਨਿੰਗ ਤੇ ਇੰਟਰਨੈਸ਼ਨਲੀ ਗਈ ਹਾਂ ਔਰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਪੂਰੀਆਂ ਸਾਡੀਆਂ 9 to 5 ਜਿਹੜੀਆਂ ਨੇ ਉੱਥੋਂ ਦੇ ਪ੍ਰਿੰਸੀਪਲਸ ਉੱਥੋਂ ਦੇ ਮੈਂਟੋਰਸ ਦੁਆਰਾ ਸਾਨੂੰ ਟ੍ਰੇਨਿੰਗ ਦਿੱਤੀ ਗਈ ਔਰ ਅਸੀਂ ਉੱਥੋਂ ਦੇ ਸਕੂਲਸ 'ਚ ਵੀ ਵਿਜ਼ਿਟ ਕੀਤਾ ਔਰ ਪੂਰਾ ਉਹਨਾਂ ਦਾ ਐਜੂਕੇਸ਼ਨ ਸਿਸਟਮ ਜਿਹੜਾ ਹੈ ਉਹ ਸਮਝ ਕੇ ਆਏ ਹਾਂ। ਤੁਸੀਂ ਸਾਰਾ ਗ੍ਰਹਿਣ ਕੀਤਾ? ਬਿਲਕੁਲ ਜੀ। ਤੇ ਇਹ ਸਿਲੈਕਸ਼ਨ ਕਿਵੇਂ ਹੋਈ? ਸਭ ਤੋਂ ਪਹਿਲਾਂ ਇਹ ਅਸੀਂ ਆਪਣਾ ਜਿਹੜਾ ਸਾਡੀ ਪੰਜਾਬ ID ਹੈ ਗਵਰਨਮੈਂਟ EMPLOYEES ਦੀ ਬਣੀ ਹੋਈ, ਅਸੀਂ ਉਹਦੇ ਤੇ ਆਨਲਾਈਨ ਅਪਲਾਈ ਕੀਤਾ ਸੀ। ਓਕੇ, ਇਹਦੇ ਵਿੱਚ ਸਾਰਾ ਪਾਰਦਰਸ਼ਤਾ ਨਾਲ ਕੰਮ ਹੋਇਆ? ਬਿਲਕੁਲ ਜੀ, ਬਿਲਕੁਲ ਆਨਲਾਈਨ ਅਪਲਾਈ ਕੀਤਾ ਸੀ ਔਰ ਅਸੀਂ ਤਾਂ ਅਪਲਾਈ ਕਰਕੇ ਭੁੱਲ ਵੀ ਚੁੱਕੇ ਸੀ ਤੇ ਜਦੋਂ ਅਚਾਨਕ ਇੱਕ ਦਿਨ ਮੋਹਾਲੀ ਤੋਂ ਹੈੱਡ ਆਫਿਸ ਤੋਂ ਫੋਨ ਆਇਆ ਤੇ ਸਾਡੇ ਪਾਸਪੋਰਟ ਬਾਰੇ ਪੁੱਛਿਆ ਗਿਆ, ਫਿਰ ਸਾਨੂੰ ਪਤਾ ਲੱਗਿਆ ਕਿ ਸਾਡੀ ਸਿਲੈਕਸ਼ਨ ਹੋਈ ਹੈ। ਫਿਰ ਰੌਣਕਾਂ ਆ ਗਈਆਂ ਮੂੰਹ ਤੇ? ਹਾਂਜੀ ਹਾਂ। ਤੇ ਕੀ ਕੁਝ ਸਿੱਖਿਆ ਮੈਮ ਉੱਥੇ ਜਾ ਕੇ? ਸਭ ਤੋਂ ਪਹਿਲੀ ਤਾਂ ਜਿਹੜੀ ਚੀਜ਼ ਹੈ ਕਿ ਪੋਜ਼ਿਟਿਵ ਐਟੀਟਿਊਡ ਐਂਡ ਕਮਿਟਮੈਂਟ ਟੁਵਰਡਸ ਦਾ ਡਿਪਾਰਟਮੈਂਟ ਔਰ ਮੈਂਟੋਰਿੰਗ ਹੈ ਨਾ ਕਿ ਉਹ ਟੀਚਰਸ ਜਿਹੜੇ ਨੇ ਅਗਰ ਕੋਈ ਅੱਛਾ ਪਰਫਾਰਮ ਨਹੀਂ ਵੀ ਕਰ ਰਿਹਾ ਤੇ ਉਹਦੀ ਮੈਂਟੋਰ ਕਰਕੇ ਉਹਨੂੰ ਦੱਸ ਕੇ ਕਿ ਭਾਈ ਦੱਸੋ ਕੀ ਪ੍ਰੋਬਲਮ ਹੈ ਤਾਂ ਉਹਦੀ ਸਮੱਸਿਆ ਦੂਰ ਕਰਕੇ ਉਹਨੂੰ ਡਿਪਾਰਟਮੈਂਟ ਤੇ ਦੁਬਾਰਾ ਕਮਿਟਡ ਕੀਤਾ ਜਾਵੇ। ਸੈਕਿੰਡ ਉਹਨਾਂ ਦਾ ਜਿਹੜਾ ਇਹ ਹੈ ਕਿ ਉਹ ਫਸਟ ਆਫ ਆਲ ਪਰਸਨਲ ਵਿਕਟਰੀ ਟੂ ਸੋਸ਼ਲ ਵਿਕਟਰੀ ਕਿ ਅਗਰ ਪ੍ਰਿੰਸੀਪਲ ਦੀ ਆਪਣੀ ਜਿਹੜੀ ਪਰਸਨੈਲਿਟੀ ਹੈ ਉਹ ਪੂਰੀ ਤਰ੍ਹਾਂ ਡਿਵੈਲਪ ਹੋਏਗੀ ਫਿਰ ਹੀ ਉਹ ਸੋਸ਼ਲੀ ਕਿਸੇ ਨੂੰ ਸਿਖਾ ਸਕਦਾ ਹੈ। ਸੋ ਉਹਦਾ ਆਪਣਾ ਸਕੂਲ ਉਹਦਾ ਮੇਨ ਕੰਸਰਨ ਹੋਏਗਾ। ਅਗਰ ਉਹ ਆਪਣੇ ਸਕੂਲ 'ਚ ਅੱਛਾ ਕੰਮ ਕਰੇਗਾ ਨੈਚੁਰਲੀ ਉਹ ਦੂਸਰਿਆਂ ਨੂੰ ਇਨਫਲੂਐਂਸ ਕਰ ਸਕੇਗਾ। ਮਤਲਬ ਜੇ ਸਾਡਾ ਗੁਰੂ ਅਵਲ ਆ, ਉਹੀ ਗੱਲ ਆ ਗਈ ਨਾ, ਜੇ ਗੁਰੂ ਪੂਰਾ ਤਾਰ ਸਕਦਾ ਹੈ ਤਾਂ ਹੀ ਬੱਚੇ ਤਰਨਗੇ। ਬਿਲਕੁਲ ਜੀ, ਉਹ ਕੋਈ ਵੀ ਕਮੀ ਨਹੀਂ ਰਹਿਣ ਦਿੰਦੇ ਕਿਸੇ ਵੀ ਟੀਚਰ ਦੇ ਵਿੱਚ, ਕਿਸੇ ਵੀ ਪ੍ਰਿੰਸੀਪਲ ਦੇ ਵਿੱਚ। ਬੇਸ਼ੱਕ ਉਹ ਡਿਊਰਿੰਗ ਜੌਬ ਹੈ, ਹਰ ਇੱਕ ਟੀਚਰ ਦੀ ਆਫਟਰ ਐਵਰੀ 2 ਈਅਰਸ ਉੱਥੇ ਟ੍ਰੇਨਿੰਗ ਹੁੰਦੀ ਹੈ। ਹਰ ਇੱਕ ਪ੍ਰਿੰਸੀਪਲ ਦੀ ਆਫਟਰ ਐਵਰੀ 6 ਈਅਰਸ ਨੈਸ਼ਨਲ ਵੀ ਔਰ ਇੰਟਰਨੈਸ਼ਨਲ ਵੀ ਟ੍ਰੇਨਿੰਗ ਹੁੰਦੀ ਹੈ। ਤੇ ਉੱਥੋਂ ਸਭ ਤੋਂ ਵੱਧ ਕੀ ਸਿੱਖਿਆ? ਉੱਥੇ ਦੇ ਤੇ ਇੱਥੇ ਦੇ ਫਰਕ ਦੱਸੋ।
ਪਾਲਿਸੀਜ਼ ਐਜੂਕੇਸ਼ਨ ਪਾਲਿਸੀਜ਼ ਤਕਰੀਬਨ ਸੇਮ ਨੇ। ਜੋ ਬੱਚਿਆਂ ਦੀ ਸਾਡੀ ਵੀ ਇੱਥੇ ਐਕਟੀਵਿਟੀ ਬੇਸਡ ਐਜੂਕੇਸ਼ਨ ਚੱਲ ਰਹੀ ਹੈ, ਉੱਥੇ ਵੀ ਐਕਟੀਵਿਟੀ ਬੇਸਡ ਐਜੂਕੇਸ਼ਨ ਚੱਲ ਰਹੀ ਹੈ। ਥੋੜ੍ਹੀਆਂ ਪਾਵਰ ਡਿਸਟ੍ਰੀਬਿਊਸ਼ਨ ਜਿਹੜੀ ਹੈ ਉਹ ਉੱਥੇ ਸਕੂਲ ਲੈਵਲ ਤੇ ਜ਼ਿਆਦਾ ਹੈ ਜੀ। ਕਿਉਂਕਿ ਸਾਡੇ ਇੱਥੇ ਪਾਪੂਲੇਸ਼ਨ ਬਹੁਤ ਹੈ, ਸਕੂਲਸ ਦੀ ਗਿਣਤੀ ਬਹੁਤ ਹੈ, ਸੋ ਉਹ ਪਾਵਰ ਡਿਸਟ੍ਰੀਬਿਊਸ਼ਨ ਇੰਨੀ ਲੋਅਰ ਲੈਵਲ ਤੇ ਨਹੀਂ ਹੈ। ਔਰ ਸੈਕੰਡਰੀ ਇਹ ਹੈ ਕਿ ਪ੍ਰਿੰਸੀਪਲ ਨੂੰ ਜੇ ਪਾਵਰਸ ਦਿੱਤੀਆਂ ਨੇ ਤਾਂ ਪ੍ਰਿੰਸੀਪਲ ਅਕਾਊਂਟੇਬਲ ਵੀ ਹੈ। ਉਹ ਪ੍ਰਿੰਸੀਪਲ ਤੋਂ ਹਰ ਸਾਲ ਲਿਖ ਕੇ ਲੈਂਦੇ ਨੇ, ਜਿਹਨੂੰ ਉਹ ਪੇਪਰ ਪ੍ਰਪੋਜ਼ਲ ਕਹਿੰਦੇ ਨੇ, ਕਿ ਆਉਣ ਵਾਲੇ ਸੈਸ਼ਨ ਦੇ ਵਿੱਚ ਪ੍ਰਿੰਸੀਪਲ ਆਪਣੇ ਸਕੂਲ ਦੇ ਵਿੱਚ ਕਿਹੜੇ ਕਿਹੜੇ ਪ੍ਰੋਜੈਕਟਸ ਕਰੇਗਾ ਔਰ ਕਿਹਨਾਂ ਚੀਜ਼ਾਂ ਤੇ ਉਹ ਕੰਮ ਕਰੇਗਾ। ਕਹਿਣ ਤੋਂ ਭਾਵ ਵੀ ਉੱਥੇ ਪੂਰਾ ਲਿਖਤੀ ਚ ਕੰਮ ਹੁੰਦਾ, ਜ਼ਿੰਮੇਵਾਰੀ। ਬਿਲਕੁਲ ਜੀ, ਇੰਨੀ ਅਕਾਊਂਟੇਬਿਲਟੀ ਹੈ ਪ੍ਰਿੰਸੀਪਲ ਦੀ ਕਿ ਪ੍ਰਿੰਸੀਪਲ ਬਣਨਾ ਉੱਥੇ ਕੋਈ ਆਸਾਨ ਕੰਮ ਨਹੀਂ ਹੈ। ਮੈਂ ਜਿੱਥੋਂ ਤੱਕ ਇਹ ਦੇਖਿਆ ਕਿ ਬਹੁਤ ਸਾਰਾ ਐਕਸਪੀਰੀਅੰਸ ਔਰ ਬਹੁਤ ਸਾਰੀਆਂ ਸ਼ੈਲਫਸ ਨੂੰ ਕ੍ਰਾਸ ਕਰਕੇ ਪ੍ਰਿੰਸੀਪਲ ਬਣਦਾ ਹੈ। ਔਰ ਪ੍ਰਿੰਸੀਪਲ ਦੀ ਜਿਹੜੀ ਪੋਜੀਸ਼ਨ ਹੈ ਇੱਕ ਬਹੁਤ ਰਿਸਪੌਂਸਿਬਲ ਪੋਜੀਸ਼ਨ ਹੈ ਔਰ ਉਹਦੀ ਪੂਰੀ ਜਵਾਬਦੇਹੀ ਹੈ, ਕਿਉਂਕਿ ਹਰ ਸਾਲ ਉਹਨੂੰ ਜਿੰਨਾ ਵੀ ਮਨੀ ਮਿਲਣਾ ਹੈ, ਜਿੰਨਾ ਉਹਨੂੰ ਪ੍ਰੋਜੈਕਟ ਮਨੀ ਮਿਲਦਾ, ਜਿੰਨੀ ਫੰਡਿੰਗ ਹੁੰਦੀ ਹੈ, ਉਹਦੀ ਪੂਰੀ ਆਡਿਟਿੰਗ ਹੁੰਦੀ ਹੈ ਔਰ ਉਹਦੇ ਤੋਂ ਉਹਦੇ ਪ੍ਰੋਜੈਕਟਸ ਦਾ ਵੀ ਜਵਾਬ ਲਿਆ ਜਾਂਦਾ ਕਿ ਜਿਹੜੇ ਪ੍ਰੋਜੈਕਟਸ ਉਹਨੇ ਪੇਪਰ ਪ੍ਰਪੋਜ਼ਲ 'ਚ ਲਿਖ ਕੇ ਦਿੱਤੇ ਸੀ ਕਿ ਉਹ ਕੰਪਲੀਟ ਨੇ। ਜੀ ਯੈਸ। ਤੇ ਬੱਚਿਆਂ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਆ ਪ੍ਰਿੰਸੀਪਲ ਸਾਹਿਬਾਨ ਚੱਕਦੇ ਆ, ਪਰ ਇੱਥੇ ਵੀ ਜੇ ਮੈਂ ਕਹਾਂ ਪ੍ਰਿੰਸੀਪਲ ਬਣਨਾ ਤਾਂ ਬਹੁਤ ਔਖਾ ਹੈ ਜੀ, ਬਹੁਤ ਔਖਾ ਹੈ। ਮੈਂ 22 ਸਾਲ ਬਾਅਦ ਪ੍ਰਿੰਸੀਪਲ ਬਣੀ ਹੈ। ਮੇਰਾ ਟੋਟਲ 25 ਸਾਲ ਦਾ ਗਵਰਨਮੈਂਟ ਜੌਬ ਦਾ ਐਕਸਪੀਰੀਅੰਸ ਹੈ। ਮੈਂ 22 ਸਾਲ ਫਿਜ਼ਿਕਸ ਲੈਕਚਰਰ ਰਹੀ ਹਾਂ, ਉਸ ਤੋਂ ਬਾਅਦ ਮੇਰੀ ਪ੍ਰਮੋਸ਼ਨ ਹੋਈ ਹੈ। ਸੋ ਇਹ ਥੋੜ੍ਹੀਆਂ ਜਿਹੀਆਂ ਪਾਲਿਸੀਜ਼ ਉੱਥੇ ਥੋੜ੍ਹੀਆਂ ਡਿਫਰੈਂਟ ਨੇ, ਚਲੋ ਉਹ ਕੰਟਰੀ ਟੂ ਕੰਟਰੀ ਵੇਰੀ ਕਰਦਾ ਹੈ। ਬਟ ਜਿਵੇਂ ਹੁਣ ਆਪਣੀਆਂ ਸਰਕਾਰਾਂ ਦਾ ਵੀ ਪੂਰਾ ਵਿਜ਼ਨ ਹੈ ਕਿ ਹਰ ਇੱਕ ਬੱਚੇ ਨੂੰ ਐਜੂਕੇਟ ਕੀਤਾ ਜਾਏ, ਸੋ ਇਹ ਵਿਜ਼ਨ ਉਹ 97 'ਚ ਲੈ ਕੇ ਆਏ। ਸੋ ਉਹਨਾਂ ਨੂੰ ਜਿਸ ਪੋਜੀਸ਼ਨ ਤੇ ਹੁਣ ਸਿੰਗਾਪੁਰ ਦੀ ਐਜੂਕੇਸ਼ਨ ਹੈ, 25 ਸਾਲ ਲੱਗੇ ਉਹਨਾਂ ਨੂੰ ਇਸ ਪੋਜੀਸ਼ਨ ਤੇ ਪਹੁੰਚਣ ਲਈ। ਉਹਨਾਂ ਨੂੰ 25 ਸਾਲ ਲੱਗੇ ਤੇ ਤੁਹਾਡਾ ਜਿਹੜਾ 15 ਦਿਨ ਦਾ ਐਕਸਪੀਰੀਅੰਸ ਆ, ਕੀ ਉਹ ਉਭਾਰ ਲੈ ਕੇ ਆਏਗਾ? ਬਿਲਕੁਲ ਜੀ, ਕਿਉਂਕਿ ਨਾ ਇੱਕ ਤੁਹਾਡੇ 'ਚ ਨਵੀਂ એનર્ਜੀ ਆਉਂਦੀ ਹੈ। ਇਹ ਤਾਂ ਗੱਲ ਨੂੰ ਤੁਸੀਂ ਮੰਨਦੇ ਹੋ ਨਾ ਕਿ ਜਦੋਂ ਤੁਸੀਂ ਇੱਕ ਬਹੁਤ ਵਧੀਆ ਐਟਮੋਸਫੇਅਰ ਦੇ ਵਿੱਚ ਔਰ ਬਹੁਤ ਕਮਿਟਡ ਐਟਮੋਸਫੇਅਰ ਦੇ ਵਿੱਚ ਲੋਕਾਂ ਨੂੰ ਕੰਮ ਕਰਦੇ ਦੇਖਦੇ ਹੋ ਤੇ ਤੁਹਾਡੇ 'ਚ ਇੱਕ ਬੜਾ ਪੋਜ਼ਿਟਿਵ ਐਟੀਟਿਊਡ ਡਿਵੈਲਪ ਹੋ ਜਾਂਦਾ। ਅਸੀਂ ਪਹਿਲਾਂ ਵੀ ਕੰਮ ਕਰਦੇ ਸੀ ਤੇ ਹੁਣ ਵੀ ਐਂ ਲੱਗਦਾ ਕਿ ਹੋਰ ਜ਼ਿਆਦਾ ਅਗਰ એનર્ਜੀ ਨਾਲ, ਕਿਉਂਕਿ ਕਈ ਵਾਰ ਆਪਣੇ ਆਪ ਨੂੰ ਇਹ ਲੱਗਣ ਲੱਗ ਜਾਂਦਾ ਕਿ ਅਸੀਂ ਕਿਉਂ ਕੰਮ ਕਰੀ ਜਾ ਰਹੇ ਹਾਂ ਜਦੋਂ ਕੋਈ ਹੋਰ ਦੇਖਦੇ ਆਂ ਵੀ ਕੋਈ ਹੋਰ ਨਹੀਂ ਕਰ ਰਿਹਾ। ਬਟ ਉੱਥੇ ਇਹ ਐਟੀਟਿਊਡ ਨਹੀਂ ਹੈ। ਉੱਥੇ ਇਹ ਹੈ ਕਿ ਜਿਹੜਾ ਨਹੀਂ ਕਰ ਰਿਹਾ ਉਹਦੀ ਵੀ ਮੈਂਟਰਿੰਗ ਕਰੋ ਤੇ ਉਹਨੂੰ ਵੀ ਕੰਮ ਵਾਲੇ ਪਾਸੇ ਲੈ ਕੇ ਆਓ। ਇੱਕ ਇਹ ਵੀ ਆ ਵੀ ਖਿੱਚੋ ਤਾਣ ਜੀ ਲੱਗੀ ਰਹਿੰਦੀ ਹੈ, ਇੱਥੇ ਲੱਤਾਂ ਹੀ ਖਿੱਚਦੇ ਆ, ਇੱਥੇ ਲੱਤਾਂ ਖਿੱਚਣ ਵਾਲਾ ਕੰਮ ਹੈ ਤੇ ਉੱਥੇ ਤਾਂ ਨਹੀਂ ਹੈਗੀ ਇਹ ਗੱਲ ਵੀ ਜੇ ਤੁਸੀਂ ਆਪਣਾ ਕੰਮ ਕਰਨਾ, ਤੁਸੀਂ ਪ੍ਰਿੰਸੀਪਲ ਐਜ਼ ਏ ਆਪਣਾ ਜੌਬ ਕਰ ਰਹੇ ਹੋ, ਦੈਟ ਆ ਬਲੇਮ ਗੇਮ ਤਾਂ ਨਹੀਂ ਹੈਗੀ? ਨਹੀਂ, ਉੱਥੇ ਵੀ ਨਹੀਂ ਹੈ। ਵੈਸੇ ਇੱਥੇ ਵੀ ਮੇਰਾ ਕੋਈ ਇਹੋ ਜਿਹਾ ਬਲੇਮ ਗੇਮ ਦਾ ਐਕਸਪੀਰੀਅੰਸ ਨਹੀਂ ਹੈ। ਮੈਂ ਐਵੇਂ ਕਹਾਂ, ਮੈਂ ਇੰਨੇ ਸਾਲ ਹੋ ਗਏ ਡਿਪਾਰਟਮੈਂਟ 'ਚ ਕੰਮ ਕਰਦਿਆਂ ਨੂੰ, ਕਦੀ ਵੀ ਮੈਨੂੰ ਇਹੋ ਜਿਹਾ ਐਕਸਪੀਰੀਅੰਸ ਨਹੀਂ ਹੋਇਆ ਕਿ ਕਿਸੇ ਨੇ ਮੇਰੇ ਨਾਲ ਕੁਝ ਵੀ ਮਾੜਾ ਬਿਹੇਵ ਕੀਤਾ ਹੋਵੇ। ਸੋ ਹੋ ਸਕਦਾ ਕਈਆਂ ਨਾਲ ਹੁੰਦਾ ਵੀ ਹੋਵੇ, ਬਿਕੋਜ਼ ਇਹ ਡਿਪੈਂਡ ਕਰਦਾ ਹੈ ਨਾ ਕਿਹੋ ਜਿਹਾ ਕਿਸ ਡਿਸਟ੍ਰਿਕਟ ਦਾ ਐਟਮੋਸਫੇਅਰ ਹੈ। ਸੋ ਸਾਡਾ ਤਾਂ ਇੱਥੇ ਅੱਛਾ ਐਟਮੋਸਫੇਅਰ ਹੈ। ਸਭ ਤੋਂ ਵੱਡੀ ਗੱਲ ਪਾਲਿਸੀਜ਼ ਦੀ ਇੰਪਲੀਮੈਂਟੇਸ਼ਨ ਹੈ ਕਿ ਉਹ ਗਰਾਊਂਡ ਲੈਵਲ ਤੇ ਕਰਨੀ ਇੰਨੇ ਜ਼ਿਆਦਾ ਸਕੂਲਾਂ 'ਚ ਮੁਸ਼ਕਿਲ ਹੈ ਔਰ ਉਹਦੇ ਲਈ ਇੱਕ ਬਹੁਤ ਵੱਡੀ ਪਲੈਨਿੰਗ ਦੀ ਲੋੜ ਹੈ, ਜਿਹੜੀ ਕਿ ਅਸੀਂ ਹੁਣ ਕਰਾਂਗੇ। ਰਾਈਟ। ਔਰ ਸੈਕਿੰਡ, ਆਪਣੇ ਟੀਚਰਸ ਦੇ ਪ੍ਰਤੀ ਪੋਜ਼ਿਟਿਵ ਐਟੀਟਿਊਡ ਰੱਖਣਾ ਔਰ ਟੀਚਰਸ ਨਾਲ ਬਿਹੇਵੀਅਰ ਕਦੀ ਵੀ ਇਨਸਲਟਿੰਗ ਨਹੀਂ ਹੋਣਾ ਚਾਹੀਦਾ ਔਰ ਕਦੀ ਵੀ ਸਟੈਗਨੇਟਿਡ ਨਾ ਹੋ। ਇਹ ਨਾ ਪ੍ਰਿੰਸੀਪਲ ਕਦੀ ਵੀ ਸੋਚੇ ਕਿ ਮੈਨੂੰ ਬਹੁਤ ਕੁਝ ਆ ਗਿਆ ਤੇ ਬਸ ਹੁਣ ਮੇਰਾ ਤਾਂ ਕੰਮ ਖਤਮ ਹੈ, ਵੀ ਮੈਨੂੰ ਹੀ ਆ ਗਿਆ ਹੁਣ ਮੈਂ ਹੋਰਾਂ ਨੂੰ ਦੇਣਾ ਨਹੀਂ ਜਾਂ ਲੈਣਾ ਨਹੀਂ। ਇਹ ਇੱਕ ਕੰਟੀਨਿਊਸ ਪ੍ਰੋਸੈਸ ਹੈ, ਹਮੇਸ਼ਾ ਕੁਝ ਨਵਾਂ, ਬਿਕੋਜ਼ ਦੁਨੀਆ ਜਿਹੜੀ ਹੈ ਬਹੁਤ ਜਲਦੀ ਬਦਲ ਰਹੀ ਹੈ। ਠੀਕ ਹੈ ਨਾ। ਤੇ ਅਸੀਂ ਜੇ ਉੱਥੇ ਬੈਠੇ ਰਵਾਂਗੇ ਕਿ ਕੱਲ ਅਸੀਂ ਤਾਂ ਪਿਛਲੇ 20 ਸਾਲਾਂ ਤੋਂ ਇਹੀ ਕਰਦੇ ਸੀ ਤੇ ਅਸੀਂ ਇਹੀ ਕਰਨਾ ਹੈ, ਕਈ ਵਾਰ ਆਪਣਾ ਐਟੀਟਿਊਡ ਇਹ ਬਣ ਜਾਂਦਾ ਕਿ ਅਸੀਂ ਤਾਂ ਪਹਿਲਾਂ ਕਦੇ ਨਹੀਂ ਐਵੇਂ ਕੀਤਾ ਤੇ ਅਸੀਂ ਤਾਂ ਹਮੇਸ਼ਾ ਇਹੀ ਕਰਦੇ ਆਏ ਹਾਂ ਤੇ ਅਸੀਂ ਇਹੀ ਕਰਨਾ ਨਹੀਂ। ਕਿਉਂਕਿ ਤੁਸੀਂ ਇਹ ਦੇਖੋ ਕਿ ਉਹ ਗਵਰਨਮੈਂਟ ਹਰ 6 ਸਾਲ ਬਾਅਦ ਪ੍ਰਿੰਸੀਪਲ ਦੀ ਟ੍ਰਾਂਸਫਰ ਕਰ ਦਿੰਦੀ ਹੈ। ਓਕੇ। ਉਹ ਕਹਿੰਦੇ ਨੇ ਕਿ ਉਸ ਪ੍ਰਿੰਸੀਪਲ ਨੇ ਜਿੰਨਾ ਇਸ ਸਕੂਲ ਲਈ ਵਿਜ਼ਨ ਰੱਖਣਾ ਸੀ, ਜੋ ਕਰਨਾ ਸੀ, ਉਹ ਪ੍ਰੋਜੈਕਟਸ ਕਰ ਲਏ। ਹੁਣ ਉਹਨੂੰ ਕੋਈ ਨਵਾਂ ਸਕੂਲ ਦਿੱਤਾ ਜਾਏਗਾ ਜਿੱਥੇ ਉਹ ਜਾ ਕੇ ਦੁਬਾਰਾ ਆਪਣੇ ਪ੍ਰੋਜੈਕਟਸ ਸ਼ੁਰੂ ਕਰੇ। ਵੀ ਜੇ ਉਹ ਥੱਲੇ ਆ ਤਾਂ ਉਹ ਇਹ ਟੀਚਰ ਉਹਨੂੰ ਉਸ ਲੈਵਲ ਤੇ ਲੈ ਆਵੇ, ਹੈ ਨਾ। ਨੈਚੁਰਲੀ ਦੇਖੋ, ਤੁਸੀਂ ਇੱਕ ਸਕੂਲ ਦੇ ਵਿੱਚ ਆਪਣੇ ਪ੍ਰੋਜੈਕਟਸ ਪੂਰੇ ਕਰ ਲਏ, ਫਿਰ ਤੁਸੀਂ ਸੈਟੀਸਫਾਈ ਹੋ ਜਾਂਦੇ ਹੋ, ਫਿਰ ਤੁਸੀਂ ਉੱਥੇ ਬੈਠ ਜਾਂਦੇ ਹੋ ਕਿ ਮੇਰਾ ਕੰਮ ਪੂਰਾ ਹੋ ਗਿਆ। ਬਟ ਉਹ ਪ੍ਰਿੰਸੀਪਲ ਨੂੰ ਉੱਥੋਂ ਬਦਲ ਦਿੰਦੇ ਆ ਕਿ ਹੁਣ ਤੂੰ ਨਵੇਂ ਸਕੂਲ 'ਚ ਜਾ। ਨੈਚੁਰਲੀ ਉੱਥੋਂ ਦੁਬਾਰਾ ਫਿਰ ਸ਼ੁਰੂ ਤੋਂ ਪ੍ਰੋਜੈਕਟਸ ਸ਼ੁਰੂ ਕਰੇਗਾ ਉਹ ਆਪਣੀ ਸੋਚ ਦੇ ਹਿਸਾਬ ਨਾਲ, ਕਿਉਂਕਿ ਹਰ ਇੱਕ ਇੰਡੀਵਿਜੂਅਲ ਦੀ ਸੋਚ ਡਿਫਰੈਂਟ ਹੁੰਦੀ ਹੈ, ਹਰ ਇੱਕ ਦਾ ਕੰਮ ਕਰਨ ਦਾ ਤਰੀਕਾ ਡਿਫਰੈਂਟ ਹੁੰਦਾ ਹੈ। ਸੋ ਇਹ ਚੀਜ਼ ਇੱਕ ਤਾਂ ਉਹ ਕਰ ਰਹੇ ਨੇ, ਹੈ ਨਾ। ਤੇ ਫਸਟ ਆਫ ਆਲ ਉਹ ਇੱਕ ਪਰਸਨੈਲਿਟੀ ਡਿਵੈਲਪ ਕਰਦੇ ਆ ਹਰ ਇੱਕ ਟੀਚਰ ਦੀ ਔਰ ਹਰ ਇੱਕ ਪ੍ਰਿੰਸੀਪਲ, ਜਿਹੜੀ ਬਹੁਤ ਜ਼ਰੂਰੀ ਹੈ, ਜਿਹੜੀ ਕਿ ਬਹੁਤ ਜ਼ਰੂਰੀ।
ਹਿਊਮੈਨਿਟੀ ਪਰਸਨੈਲਿਟੀ ਆਪਾਂ ਕਹਿ ਦਈਏ ਬੰਦਾ ਬਣਾਉਣਾ। ਹਾਂ ਬਿਲਕੁਲ ਜੀ, ਉਹ ਹਿਊਮੈਨਿਟੀ ਪਰਸਨੈਲਿਟੀ ਕੁਝ ਵੀ ਕਮੀ ਹੈ ਉਹ ਗਿਵ ਅਪ ਨਹੀਂ ਕਰਦੇ। ਉਹ ਕਹਿੰਦੇ ਅਸੀਂ ਕਦੀ ਵੀ ਆਪਣੇ ਟੀਚਰ ਤੇ ਗਿਵ ਅਪ ਨਹੀਂ ਕਰਦੇ ਕਿ ਬਸ ਇਹਨੂੰ ਕੱਢ ਦਿਓ, ਫਿਰ ਜੇ ਨਹੀਂ ਕੰਮ ਕਰਦਾ ਤਾਂ ਉਹਨੂੰ ਕੰਮ ਕਰਨ ਵਾਲੇ ਪਾਸੇ ਲੈ ਕੇ ਆਉਂਦੇ ਨੇ। ਅੱਜ ਮਾਨ ਸਾਹਿਬ ਦੀ ਗੱਲ ਕਰੀਏ, ਮਾਨ ਸਾਹਿਬ ਕਹਿੰਦੇ ਆ ਮੈਂ ਤੱਪੜਾਂ ਵਾਲੇ ਸਕੂਲਾਂ ਵਾਲਾ, ਹਾਂਜੀ ਤੇ ਹੁਣ ਤਾਂ ਤੱਪੜਾਂ ਤੋਂ ਬੈਂਚਾਂ ਤੱਕ ਆ ਗਏ, ਬਹੁਤ ਆ ਗਏ ਜੀ, ਸਫ਼ਰ ਬਹੁਤ ਅੱਗੇ ਵੱਧ ਚੁੱਕਿਆ। ਅੱਗੇ ਵੱਧ ਚੁੱਕਿਆ। ਤੇ ਕੀ ਸੋਚ ਕੇ ਮਾਨ ਸਾਹਿਬ ਨੇ ਇਹ ਫੈਸਲਾ ਲਿਆ ਤੇ ਤੁਹਾਨੂੰ ਕਿਵੇਂ ਲੱਗਿਆ? ਮਾਨ ਸਾਹਿਬ ਦਾ ਇਹ ਫੈਸਲਾ ਇਹੀ ਸੀ ਕਿ ਇੱਕ ਨਵਾਂ ਉਤਸ਼ਾਹ ਭਰਿਆ ਜਾਵੇ, ਠੀਕ ਹੈ ਨਾ। ਤੇ ਇੱਕ ਇੰਟਰਨੈਸ਼ਨਲੀ ਅਸੀਂ ਦੇਖੀਏ ਕਿ ਲੋਕ ਐਜੂਕੇਸ਼ਨ ਨੂੰ ਕਿਵੇਂ ਦੇਖਦੇ ਆ, ਹੈ ਨਾ। ਕਿਉਂਕਿ ਉੱਥੋਂ ਦੇ ਆਮ ਇੱਕ ਓਨਰਸ਼ਿਪ ਹੈ। ਜੇ ਪ੍ਰਿੰਸੀਪਲ ਗੱਲ ਕਰਦਾ ਤੇ ਉਹ ਇਹ ਕਹਿੰਦਾ ਕਿ ਇਹ ਮੇਰਾ ਟੀਚਰ ਹੈ ਜੀ, ਉਹ ਇਹ ਕਹਿੰਦਾ ਕਿ ਇਹ ਮੇਰਾ ਹੈਲਪਰ ਹੈ, ਰਾਈਟ। ਜੇ ਡਿਪਾਰਟਮੈਂਟ ਗੱਲ ਕਰਦੇ ਨੇ ਉਹ ਕਹਿੰਦੇ ਨੇ ਇਹ ਸਾਡੇ ਪ੍ਰਿੰਸੀਪਲ ਨੇ, ਉਹ ਪ੍ਰਿੰਸੀਪਲ ਕਹਿ ਰਿਹਾ ਮੇਰਾ ਸਕੂਲ ਹੈ, ਹੈ ਨਾ। ਇੱਕ ਜਦੋਂ ਤੁਹਾਡੀ ਇਹੋ ਜਿਹੀ ਅਟੈਚਮੈਂਟ ਡਿਵੈਲਪ ਹੋ ਜਾਂਦੀ ਹੈ ਤੇ ਨੈਚੁਰਲੀ ਤੁਸੀਂ ਉਹਦੀ ਤਰੱਕੀ ਲਈ ਸਭ ਕੁਝ ਕਰੋਗੇ, ਠੀਕ ਹੈ ਨਾ। ਸੋ ਇਹ ਹੁੰਦਾ ਹੈ ਕਿ ਜਦੋਂ ਇੱਕ ਵਾਰ ਤੁਸੀਂ ਪਰਸਨਲ ਵਿਕਟਰੀ ਲੈ ਲਈ, ਤੁਸੀਂ ਆਪਣੇ ਆਪ ਨੂੰ ਪੂਰਾ ਐਸਟੈਬਲਿਸ਼ ਕਰ ਲਿਆ, ਉਸ ਤੋਂ ਬਾਅਦ ਤੁਸੀਂ ਸੁਸਾਇਟੀ ਲਈ ਕੰਮ ਕਰਨਾ ਹੈ। ਐਂ ਲੱਗਦਾ ਵੀ ਮਾਨ ਸਾਹਿਬ ਜੇ ਸਰਕਾਰੀ ਸਕੂਲਾਂ ਦਾ ਫੀਲ ਕੀਤਾ ਉਹਨਾਂ ਨੇ, ਮੈਨੂੰ ਲੱਗਦਾ ਉਹਨਾਂ ਨੇ ਪਹਿਲਾ ਸਟੈਪ ਲਿਆ ਵੀ 35 ਪ੍ਰਿੰਸੀਪਲਾਂ ਨੂੰ ਮੈਂ ਬਾਹਰ ਦਾ ਟੂਰ ਤਾਂ ਕਢਾਵਾਂ ਵੀ ਯਾਰ ਜੇ ਮੈਂ ਸੀਐਮ ਉਹ ਬਣ ਚੁੱਕੇ ਅੱਜ, ਬੜੇ ਕਾਬਿਲ એનર્ਜੀ, ਤਾਰੀਫ ਆ। ਇੱਕ ਨਵੀਂ એનર્ਜੀ ਆਈ, ਰਾਈਟ। ਅਸੀਂ ਕੰਮ ਕਰ ਰਹੇ ਸੀ, ਉਵੇਂ ਹੀ ਕੰਮ ਕਰੀ ਜਾ ਰਹੇ ਸੀ। ਮੈਂ ਤਾਂ ਮੇਨ ਇਹ ਦੇਖਿਆ ਕਿ ਟਵਰਡਸ ਐਜੂਕੇਸ਼ਨ ਉਹਨਾਂ ਦਾ ਐਟੀਟਿਊਡ ਹੀ ਡਿਫਰੈਂਟ ਹੈ। ਉਹਨਾਂ ਦਾ ਮੇਨ ਕੰਮ ਇਹ ਹੈ ਕਿ ਸਾਡੀ ਜ਼ਿੰਮੇਵਾਰੀ ਹੈ ਕੱਲੇ ਕੱਲੇ ਬੱਚੇ ਨੂੰ ਪੜਾਉਣਾ, ਜ਼ਿੰਮੇਵਾਰ ਬਣਾਉਣਾ। ਬਿਲਕੁਲ ਜੀ। ਕਿਉਂਕਿ ਆਪਾਂ ਕਈ ਵਾਰ ਇੱਥੇ ਥੋੜਾ ਜਿਹਾ ਇਹ ਐਟੀਟਿਊਡ ਲੈ ਆਉਂਦੇ ਆ ਕਿ ਸਾਡੇ ਕੋਲੋਂ ਗੈਰ ਸਰਕਾਰੀ ਕੰਮ ਕਰਾਏ ਜਾਂਦੇ, ਸਾਡੇ ਕੋਲੋਂ ਆਹ ਕਰਵਾਇਆ ਜਾਂਦਾ। ਉੱਥੋਂ ਦੇ ਟੀਚਰਸ ਵੀ ਇਲੈਕਸ਼ਨ ਕੰਡਕਟ ਕਰਦੇ ਆ, ਅਸੀਂ ਉਹਨਾਂ ਨਾਲ ਗੱਲਾਂ ਕੀਤੀਆਂ। ਇਹ ਵੀ ਇੱਕ ਵੱਡਾ ਨਾ ਵੀ ਸਾਨੂੰ ਯਾਰ ਪਸ਼ੂਆਂ ਦੀ ਜਨਗਣਨਾ ਤੇ ਲਾਤਾ, ਇਹ ਨਹੀਂ ਨਹੀਂ ਐਕਸਪੀਰੀਅੰਸ ਨਹੀਂ, ਹੀ ਉੱਥੋਂ ਦੇ ਟੀਚਰਸ ਨੇ ਦੱਸਿਆ ਕਿ ਉੱਥੋਂ ਦੀ ਇਲੈਕਸ਼ਨ ਉਹ ਟੀਚਰਸ ਹੀ ਕੰਡਕਟ ਕਰਵਾਉਂਦੇ ਆ। ਉੱਥੇ ਵੀ ਇਹ ਡਿਊਟੀਆਂ ਲੱਗਦੀਆਂ ਨੇ, ਥੋੜੀਆਂ ਲੱਗਦੀਆਂ, ਚਲੋ ਕੰਟਰੀ ਛੋਟਾ ਹੈ, ਇਹ ਹਨਾ। ਵੀ ਇੱਕ ਵੱਡਾ ਜਿਹੜਾ ਬਣਦਾ ਨਾ ਵੀ ਟੀਚਰ ਕਹਿੰਦੇ ਸਾਨੂੰ ਟੰਗਿਆ ਪਿਆ। ਨਹੀਂ ਜੀ, ਉਹ ਵੀ ਅਸੀਂ ਉਹਨਾਂ ਨਾਲ ਇਹ ਗੱਲਬਾਤ ਕੀਤੀ, ਅਸੀਂ ਉੱਥੋਂ ਦੇ ਪ੍ਰਿੰਸੀਪਲਸ ਨਾਲ ਇਹ ਗੱਲਬਾਤ ਕੀਤੀ। ਉਹ ਕਹਿੰਦੇ ਬਿਲਕੁਲ ਜਿਹੜੀ ਦੇਸ਼ ਦੀ ਕਨਸਟੀਟੂਐਂਸੀ ਆਪਾਂ ਇਹ ਇਲੈਕਸ਼ਨ ਹੈ ਉਹ ਟੀਚਰਸ ਹੀ ਪਰਫਾਰਮ ਕਰਵਾਉਂਦੇ ਨੇ, ਉਹਨਾਂ ਦੀਆਂ ਵੀ ਡਿਊਟੀਆਂ ਲੱਗਦੀਆਂ ਨੇ, ਰਾਈਟ। ਇੱਕ ਸੈਕੰਡ ਜਿਹੜੀ ਮੈਨੂੰ ਬਹੁਤ ਇੰਪੋਰਟੈਂਟ ਉੱਥੇ ਚੀਜ਼ ਲੱਗੀ ਕਿ ਉਹ ਬਹੁਤ ਫੋਕਸ ਕਰ ਰਹੇ ਨੇ ਫਿਜ਼ੀਕਲ ਐਜੂਕੇਸ਼ਨ ਤੇ, ਸਪੋਰਟਸ ਤੇ। ਸਪੋਰਟਸ ਤੇ ਸਰੀਰਕ ਸਿੱਖਿਆ ਜੀ, ਹਾਂ ਕੰਪਲਸਰੀ ਹੈ ਹਰ ਬੱਚੇ ਦੇ ਲਈ। 5 ਘੰਟੇ ਦੀ ਪੜ੍ਹਾਈ ਤੋਂ ਬਾਅਦ 5 ਘੰਟੇ ਜਿਹੜਾ ਹੈ 5 ਆਵਰਸ ਉਹਨਾਂ ਦਾ ਪੜ੍ਹਾਈ ਦਾ ਟਾਈਮ ਹੈ, ਫਿਰ ਉਹ 2 ਘੰਟੇ ਹਰ ਇੱਕ ਬੱਚੇ ਨੇ ਕਿਸੇ ਨਾ ਕਿਸੇ ਸਪੋਰਟਸ ਪਾਰਟਿਸਿਪੇਟ ਕਰਨਾ ਹੈ। ਉਸ ਟਾਈਮ ਉਸ ਨੂੰ ਬੱਚੇ ਦੇ ਇੰਟਰਸਟ ਮੁਤਾਬਕ ਉਹਨੂੰ ਪ੍ਰੋਪਰ ਕੋਚਿਸ ਮਿਲਦੇ ਨੇ, ਫਿਜ਼ੀਕਲ ਐਜੂਕੇਸ਼ਨ ਟੀਚਰ ਹੈ, ਔਰ ਉਸ ਦੌਰਾਨ ਜਿਹੜੇ ਅਕੈਡਮਿਕ ਟੀਚਰਸ ਹੁੰਦੇ ਨੇ ਉਹ ਬੈਠ ਕੇ ਅਗਲੇ ਦਿਨ ਦੀ ਪਲੈਨਿੰਗ ਕਰਦੇ ਆ। ਜਿਹੜੀ ਮੋਬਾਈਲ ਤੇ ਪੜ੍ਹਾਈ ਹੁੰਦੀ ਆ ਉਹ ਕਿਤੇ ਨਾ ਕਿਤੇ ਅੱਖਾਂ ਲਈ ਜਾਂ ਫੈਕਟ ਲਈ, ਦਿਮਾਗ ਲਈ ਹੈਗੀ ਆ ਨੁਕਸਾਨਦਾਇਕ? ਬਿਲਕੁਲ ਜੀ। ਨਹੀਂ, ਮੈਂ ਤੁਹਾਨੂੰ ਦੱਸਾਂ ਉਸ ਸਕੂਲ ਉੱਥੋਂ ਦੇ ਸਕੂਲਸ ਇਹ ਨਹੀਂ ਹੈ ਕਿ ਇੱਕ ਚੀਜ਼ ਸਾਰੇ ਸਕੂਲਾਂ ਤੇ ਇੰਪਲੀਮੈਂਟ ਹੈ। ਜਿਵੇਂ ਅਸੀਂ ਦੇਖਿਆ ਕਿ ਕਿਸੇ ਪ੍ਰਿੰਸੀਪਲ ਨੇ ਕਿਹਾ ਕਿ ਮੈਂ ਇਸ ਸਾਲ ਆਪਣੇ ਸਟੂਡੈਂਟਸ ਨੂੰ ਜਿਵੇਂ ਤੁਸੀਂ ਕਹਿੰਦੇ ਹੋ ਟੈਬਲੇਟ ਕੰਪਿਊਟਰਸ ਨਾਲ ਐਜੂਕੇਟ ਕਰਨਾ ਹੈ, ਤੇ ਉਹਨਾਂ ਦੇ ਬੱਚਿਆਂ ਨੂੰ ਸਾਰਿਆਂ ਨੂੰ ਟੈਬਲੇਟ ਮਿਲ ਗਏ। ਨਾਲ ਵਾਲੇ ਸਕੂਲ ਨੇ, ਨੇਬਰਿੰਗ ਸਕੂਲ ਸੀ, ਉਹਨੇ ਕਿਹਾ ਵੀ ਬਿਲਕੁਲ ਨਹੀਂ, ਹੈ ਨਾ, ਮੈਨੂੰ ਲੱਗਦਾ ਕਿ ਮੇਰੇ ਸਟੂਡੈਂਟਸ ਦੀਆਂ ਅੱਖਾਂ ਤੇ ਇਫੈਕਟ ਪਏਗਾ, ਅਸੀਂ ਕਲਾਸਰੂਮ ਟੀਚਿੰਗ ਜਿਹੜੀ ਉਹ ਇੰਪਰੂਵ ਕਰਨੀ ਹੈ। ਤਾਂ ਉਹਨਾਂ ਨੂੰ ਟੀਚਰਸ ਨਵੇਂ ਰੱਖਣ ਲਈ ਫੰਡਿੰਗ ਮਿਲ ਗਈ। ਕਿਸੇ ਸਕੂਲ ਨੇ ਕਿਹਾ ਕਿ ਅਸੀਂ ਇਸ ਸਾਲ, ਉਸ ਪ੍ਰਿੰਸੀਪਲ ਦਾ ਵਿਜ਼ਨ ਇਹ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਫਿੱਟ ਕਰਨਾ ਹੈ, ਰਾਈਟ, ਤੇ ਮੈਂ ਸਪੋਰਟਸ 'ਚ ਐਕਸੀਲੈਂਟ ਕਰਾਂਗਾ, ਤੇ ਉੱਥੇ ਉਹਨੂੰ ਕੋਚਿਸ ਮਿਲ ਗਏ, ਹੈ ਨਾ। ਸੋ ਬਟ ਅਗਰ ਉਹਨਾਂ ਨੇ ਇਹ ਪ੍ਰੋਜੈਕਟਸ ਆਪਣੇ ਦਿੱਤੇ ਤੇ ਉਹਨਾਂ ਨੂੰ ਸਾਲ ਦੇ ਐਂਡ ਦੇ ਵਿੱਚ ਫਿਰ ਉਸ ਪ੍ਰੋਜੈਕਟਸ ਦਾ ਸਾਰਾ ਲੇਖਾ ਜੋਖਾ ਵੀ ਸਰਕਾਰ ਨੂੰ ਦੇਣਾ ਪੈਂਦਾ। ਜੇ ਉਹਨੇ ਸਪੋਰਟਸ ਆਪਟ ਕੀਤੀ ਸੀ ਤਾਂ ਉਹਨਾਂ ਦਾ ਬੱਚਾ ਸਪੋਰਟਸ 'ਚ ਜ਼ਰੂਰ ਕਿਤੇ ਨਾ ਕਿਤੇ ਐਕਸੀਲੈਂਟ ਹੋਣਾ ਚਾਹੀਦਾ। ਜੇ ਉਹਨਾਂ ਨੇ ਆਈਟੀ ਆਪਟ ਕੀਤੀ ਹੈ ਤਾਂ ਬੱਚਾ ਉਸ ਫੀਲਡ 'ਚ ਐਕਸੀਲੈਂਟ ਹੋਣਾ ਚਾਹੀਦਾ। ਕਲਾਸਰੂਮ ਟੀਚਿੰਗ ਹੈ ਤਾਂ ਬੱਚਾ ਅਕੈਡਮਿਕ 'ਚ ਐਕਸੀਲੈਂਟ ਹੋਣਾ ਚਾਹੀਦਾ। ਮਤਲਬ ਸਾਰੇ ਪ੍ਰਪੱਖ ਜਿਹੜੇ ਬੱਚੇ ਦੇ ਦੇਖਦੇ ਆ ਤੇ ਟੀਚਰ ਉਹਨੂੰ ਫੋਕਸ ਕਰਦਾ। ਮਤਲਬ ਡਿਪੈਂਡ ਅਪਨ ਦਾ ਟੀਚਰਸ ਔਰ ਦਾ ਪ੍ਰਿੰਸੀਪਲਸ ਕਿ ਉਹਨਾਂ ਨੇ ਆਪਣੇ ਸਕੂਲ ਦਾ ਕੀ ਵਿਜ਼ਨ ਰੱਖਿਆ ਜੀ। ਗੱਲ ਸਕੂਲੀ ਲੈਵਲ ਦੀ ਕਰੀਏ ਤੇ ਮੇਰੇ ਮਨ 'ਤੇ ਇੱਕ ਸਵਾਲ ਹੈ ਵੀ ਜੇ ਗੱਲ ਸਕੂਲੀ ਲੈਵਲ ਦੀ ਕਰੀਏ ਤਾਂ ਸਕੂਲ ਪ੍ਰਾਈਵੇਟ ਹੋਣਾ ਚਾਹੀਦਾ, ਜੇ ਗੱਲ ਕਾਲਜ ਦੀ ਕਰੀਏ ਤੇ ਸਰਕਾਰੀ ਕਿਉਂ ਹੋਣਾ ਚਾਹੀਦਾ? ਇਹਦੇ ਗੱਲ ਦਾ ਵੀ ਅੱਜ ਪਰਦਾ ਚੱਕ ਦਿਓ ਮੈਡਮ। ਮੈਨੂੰ ਐ ਲੱਗਦਾ ਵੀ ਹੈਗੀ ਸਾਰਿਆਂ ਦੇ ਮਨ 'ਚ ਵੀ ਅਸੀਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਾਈ ਕਰਾਉਣਾ ਚਾਹੁੰਦੇ, ਇੱਕ ਉਹ ਮੰਨਦੇ ਆ ਵੀ ਸਟੇਟਸ ਜਿਹਾ ਉਹ ਲੈਵਲ ਖਤਮ ਹੋਊਗਾ ਹੁਣ। ਬਿਲਕੁਲ ਜੀ, ਅਸੀਂ ਖਤਮ ਕਾਫੀ ਕਰ ਰਹੇ ਹਾਂ, ਠੀਕ ਹੈ। ਤਾਂ ਕਿ ਮੇਰੀ ਤਾਂ ਆਪਣੀ ਪਰਸਨਲ ਚੋਇਸ ਇਹ ਹੁੰਦੀ ਹੈ ਕਿ ਗਵਰਨਮੈਂਟ ਸਕੂਲ 'ਚ ਬੱਚਾ ਪੜ੍ਹਾਉਣਾ ਮਜਬੂਰੀ ਨਾ ਹੋਏ, ਚੋਇਸ ਹੋਏ।
ਠੀਕ ਹੈ ਨਾ ਉਧਰ ਵਧ ਰਿਹਾ ਹੈ। ਪੇਰੈਂਟਸ ਚੂਜ਼ ਹੋਣ, ਕਿਉਂਕਿ ਸਾਡੇ ਜਿਹੜੇ ਚੂਜ਼ ਕਰਨ ਪੇਰੈਂਟਸ, ਸਾਡੇ ਟੀਚਰਸ ਨੈਚੁਰਲੀ ਪ੍ਰਾਈਵੇਟ ਸਕੂਲਸ ਨਾਲੋਂ ਜ਼ਿਆਦਾ ਐਜੂਕੇਟਿਡ ਨੇ, ਟੈਸਟ ਕਲੀਅਰ ਕਰਕੇ ਆਉਂਦੇ ਨੇ ਔਰ ਕਮਿਟਡ ਨੇ, ਹਨਾ, ਸੈਲਰੀਜ਼ ਵੀ ਜ਼ਿਆਦਾ ਨੇ ਸਾਡੀਆਂ। ਔਰ ਸੈਕੰਡਰੀ ਮੈਂ ਤਾਂ ਇਹ ਦੇਖਿਆ ਕਿ ਇੱਕ ਨਾ ਪੇਰੈਂਟਸ ਦਾ ਐਟੀਟਿਊਡ ਹੈ ਕਿ ਜੇ ਉਹ ਪ੍ਰਾਈਵੇਟ ਸਕੂਲ 'ਚ ਪੜ੍ਹਾਉਂਦੇ ਨੇ ਤਾਂ ਉੱਥੇ ਜ਼ਿੰਮੇਵਾਰੀ ਆਪ ਚੱਕ ਲੈਂਦੇ ਨੇ, ਜੇ ਉਹ ਸਰਕਾਰੀ ਸਕੂਲ 'ਚ ਪਾ ਦਿੰਦੇ ਨੇ ਤਾਂ ਉਹਨਾਂ ਨੂੰ ਲੱਗਦਾ ਕਿ ਸਾਡੀ ਕੋਈ ਜ਼ਿੰਮੇਵਾਰੀ ਨਹੀਂ, ਹੁਣ ਸਾਰੀ ਸਰਕਾਰ ਦੀ ਜ਼ਿੰਮੇਵਾਰੀ ਇਹ ਸਰਕਾਰ ਦੀ ਆ ਤੇ ਉਹ ਟੀਚਰ ਸਮਝਣ ਤੇ ਉਹਨਾਂ ਦਾ ਕੰਮ। ਦਾ ਕੰਮ। ਸੋ ਥੋੜਾ ਜਿਹਾ ਪੇਰੈਂਟਸ ਦਾ ਐਟੀਟਿਊਡ ਇਹ ਹੋ ਜਾਂਦਾ, ਕਿਉਂਕਿ ਪ੍ਰਾਈਵੇਟ ਸਕੂਲ 'ਚ ਉਹਨਾਂ ਦੀਆਂ ਫੀਸਾਂ ਲੱਗਦੀਆਂ ਨਾ, ਕਿ ਜਦੋਂ ਜੇਬ 'ਚੋਂ ਪੈਸਾ ਜਾਂਦਾ ਫਿਰ ਲੱਗਦਾ ਕਿ ਬੱਚੇ ਵੱਲ ਧਿਆਨ ਦੇਈਏ। ਥੋੜਾ ਜਿਹਾ ਇਹ ਐਟੀਟਿਊਡ ਚੇਂਜ ਕਰਨ ਦੀ ਲੋੜ ਹੈ ਤੇ ਬਾਕੀ ਚੇਂਜ ਹੋ ਰਿਹਾ ਹੈ ਨਾ, ਪਿੰਡਾਂ 'ਚ ਤਾਂ ਬਹੁਤ ਜ਼ਿਆਦਾ ਚੇਂਜ ਹੋ ਰਿਹਾ, ਬੱਚੇ ਗਵਰਨਮੈਂਟ ਸਕੂਲਸ 'ਚ ਬਹੁਤ ਆ ਰਹੇ ਨੇ ਤੇ ਹੌਲੀ ਹੌਲੀ ਸ਼ਹਿਰਾਂ 'ਚ ਵੀ ਅਸੀਂ ਇਹ ਕਿ ਜਿਹਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ 'ਚ ਬੱਚਾ ਪੜ੍ਹਾਉਣਾ ਉਹ ਜ਼ਰੂਰ ਸਰਕਾਰੀ ਸਕੂਲ 'ਚ ਪੜ੍ਹਾਏ। ਸਰਕਾਰ ਇੰਨੀਆਂ ਸਹੂਲਤਾਂ ਦੇ ਰਹੀ ਹੈ, ਬੁੱਕਸ ਦੇ ਰਹੀ ਹੈ, ਖਾਣਾ ਦੇ ਰਹੀ ਹੈ, ਐਡਮਿਸ਼ਨ ਫੀਸ 8ਵੀਂ ਤੱਕ ਕੋਈ ਨਹੀਂ ਲੱਗਦੀ, ਤਾਂ ਕਿਉਂ ਨਹੀਂ ਉਹਨਾਂ ਚੀਜ਼ਾਂ ਦਾ ਫਾਇਦਾ ਲਿਆ ਜਾਵੇ। ਤੇ ਇੱਥੇ ਲਾਇਬ੍ਰੇਰੀਆਂ, ਕੰਪਿਊਟਰ, ਹੋਰ ਲੱਲਾ ਭੱਬਾ ਜਿਹੜਾ ਸਕੂਲੀ ਲੈਵਲ ਤੇ ਸਾਨੂੰ ਪ੍ਰਾਈਵੇਟ ਦਿੰਦੇ ਨੇ, ਉਹ ਹੈਗਾ ਸਾਰਾ ਕੁਝ ਅਵੇਲੇਬਲ? ਬਿਲਕੁਲ ਹੈਗਾ ਜੀ, ਜੇ ਨਹੀਂ ਹੈ ਤਾਂ ਸਰਕਾਰ ਹਰ ਸਾਲ ਗ੍ਰਾਂਟਸ ਦਿੰਦੀ ਹੈ, ਮਿਲਿਆ ਜਾ ਰਿਹਾ। ਵੈਸੇ ਹੈ ਕਾਫੀ ਸਕੂਲਸ ਕੋਲ, ਅਗਰ ਕਿਸੇ ਸਕੂਲ ਕੋਲ ਨਹੀਂ ਹੈ ਤੇ ਉਹ ਮਿਲ ਰਿਹਾ, ਠੀਕ ਹੈ ਨਾ। ਸੋ ਇੱਕ ਗੱਲ ਸਿਰਫ ਹੁਣ ਇੰਪਲੀਮੈਂਟੇਸ਼ਨ ਦੀ ਹੈ ਕਿ ਅਸੀਂ ਇਹਨਾਂ ਸਾਰੀਆਂ ਪਾਲਿਸੀਜ਼ ਨੂੰ ਇੰਪਲੀਮੈਂਟ ਕਰੀਏ। ਉਹ ਤਾਂ ਹੀ ਹੋਣਾ ਜੇ ਅਸੀਂ ਆਪਣੇ ਬਿਹੇਵੀਅਰ ਦੇ ਵਿੱਚ ਪੋਜ਼ਿਟਿਵ ਐਟੀਟਿਊਡ ਲਿਆਵਾਂਗੇ। ਹੁਣ ਗੱਲ ਸਾਡੇ ਤੇ ਵੀ ਖੜੀ ਹੈ ਜੀ ਆ ਕੇ। ਬਿਲਕੁਲ ਖੜੀ, ਵੈਸੇ ਗੱਲ ਤਾਂ ਸਾਡੇ ਤੇ ਹੀ ਖੜੀ ਹੈ ਜੀ। ਗੱਲ ਤਾਂ ਦੇਖੋ, ਸਰਕਾਰ ਸਿਰਫ ਇੱਕ ਪਾਲਿਸੀ ਬਣਾ ਸਕਦੀ ਹੈ, ਉਨੀ ਦੇਰ ਤੱਕ ਕੋਈ ਵੀ ਸਰਕਾਰ ਕਾਮਯਾਬ ਨਹੀਂ ਹੋ ਸਕਦੀ ਜਿੰਨੀ ਦੇਰ ਤੱਕ ਇੱਕ ਅਧਿਆਪਕ, ਇੱਕ ਪ੍ਰਿੰਸੀਪਲ ਉਹ ਸਾਥ ਨਾ ਦੇਵੇ, ਠੀਕ ਹੈ ਨਾ। ਜੇ ਤੁਸੀਂ ਸਿਰਫ ਕਾਗਜ਼ ਕਾਲੇ ਕਰਕੇ ਸਰਕਾਰ ਨੂੰ ਭੇਜੀ ਜਾਣੇ, ਉਹ ਗੱਲ ਨਹੀਂ ਬਣਨੀ। ਜੇ ਆਪਾਂ ਗਰਾਊਂਡ ਲੈਵਲ ਤੇ ਸਭ ਕੁਝ ਇੰਪਲੀਮੈਂਟ ਕਰਾਂਗੇ ਫਿਰ ਹੀ ਅਸੀਂ ਆਪਣੀ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹਨੂੰ ਪੜ੍ਹਾਵਾਂਗੇ ਜੀ। 35 ਟੀਚਰਾਂ ਨੂੰ ਚੁਣਿਆ ਗਿਆ ਤੇ ਇਹਦੇ ਨਾਲ 35 ਵੀ ਮਜ਼ਬੂਤ ਹੋਊ। 36 ਪ੍ਰਿੰਸੀਪਲ 36 ਨੇ ਪ੍ਰਿੰਸੀਪਲ ਸੀ। 36 ਪ੍ਰਿੰਸੀਪਲ, ਓਕੇ। ਨਹੀਂ, ਅਸੀਂ ਇੱਕ ਦੂਸਰੇ ਆਪਣੇ ਫਰੈਂਡਸ ਨੂੰ ਵੀ ਆ ਕੇ ਦੱਸਦੇ ਹਾਂ, ਜਿਨ੍ਹਾਂ ਨਾਲ ਵੀ ਸਾਡੀ ਗੱਲਬਾਤ ਹੁੰਦੀ ਹੈ। ਮੈਂ ਜ਼ਰੂਰ ਇਹਨੂੰ, ਜੋ ਵੀ ਮੇਰੀ ਇਹ ਸਾਰੀ ਜਰਨੀ ਰਹੀ ਹੈ ਤੇ ਮੇਰੀ ਕੋਸ਼ਿਸ਼ ਹੈ ਕਿ ਜਦੋਂ ਵੀ ਮੈਨੂੰ ਟਾਈਮ ਲੱਗਿਆ, ਮੈਂ ਥੋੜਾ ਹੁਣ ਐਗਜ਼ਾਮ ਸ਼ੁਰੂ ਹੋ ਰਹੇ ਨੇ ਉਹਨਾਂ 'ਚ ਬਿਜ਼ੀ ਹਾਂ, ਉਸ ਤੋਂ ਬਾਅਦ ਮੈਂ ਇਹਨੂੰ ਲਿਖੂੰਗੀ ਜ਼ਰੂਰ ਜੀ। ਮੈਂ ਆਪਣੀ ਜਰਨੀ ਲਿਖਣਾ ਚਾਹੁੰਦੀ ਹਾਂ ਕਿ ਮੈਂ ਉੱਥੋਂ ਕੀ ਕੀ ਸਿੱਖਿਆ, ਕਿਉਂਕਿ ਬਹੁਤ ਪੋਜ਼ਿਟਿਵ ਐਟੀਟਿਊਡ ਲੈ ਕੇ ਮੈਂ ਉੱਥੋਂ ਵਾਪਸ ਆਈ ਹਾਂ ਤੇ ਮੈਂ ਉਹਨੂੰ ਜ਼ਰੂਰ ਲਿਖੂੰਗੀ ਤੇ ਆਪਣੇ ਸਾਰੇ ਕਲੀਗਸ ਦੇ ਨਾਲ ਸ਼ੇਅਰ ਕਰੂੰਗੀ। ਤੇ ਕਹਿੰਦੇ ਉਹ ਬਾਬੇ ਨਾਨਕ ਦੀ ਸਾਖੀ ਹੈ ਨਾ, ਵੀ ਜਿਨ੍ਹਾਂ ਨੇ ਲੰਗਰ ਖਵਾਇਆ ਤੇ ਉਹਨਾਂ ਨੂੰ ਕਹਤਾ ਉੱਜੜ ਜਾਓ, ਤੇ ਜਿਨ੍ਹਾਂ ਨੇ ਨਹੀਂ ਖਵਾਇਆ ਉਹਨਾਂ ਨੂੰ ਕਹਤਾ ਬਸੇ ਰਹੋ। ਤੇ ਤੁਸੀਂ ਉਹਨਾਂ 'ਚੋਂ ਹੋਵੇ, ਹੁਣ ਇਹ ਪੂਰੇ ਪੰਜਾਬ ਦੇ ਵਿੱਚ ਮੈਸੇਜ ਜਾਣਾ ਤੇ ਤੁਸੀਂ ਇੱਥੋਂ ਹੋਰ ਸਕੂਲਾਂ ਦੇ ਵਿੱਚ ਵੀ ਵਿਜ਼ਿਟ ਕਰੋਗੇ? ਜਿਵੇਂ ਵੀ ਡਿਪਾਰਟਮੈਂਟ ਸਾਡੀ ਡਿਊਟੀ ਲਗਾਏਗਾ ਅਸੀਂ ਜ਼ਰੂਰ ਵਿਜ਼ਿਟ ਕਰਾਂਗੇ। ਇਟ ਡਿਪੈਂਡਸ ਅਪਨ ਦਾ ਡਿਪਾਰਟਮੈਂਟ। ਵੈਸੇ ਅਸੀਂ ਸਿਰਫ 36 ਨਹੀਂ ਜਾ ਰਹੇ, ਇਹ ਪ੍ਰੋਸੈਸ ਕੰਟੀਨਿਊ ਹੋ ਰਿਹਾ। ਅਗਲੀ ਟੀਮ ਵੀ ਤਿਆਰ ਕਰ ਰਹੇ ਨੇ ਜਿਹੜੀ ਟ੍ਰੇਨਿੰਗ ਲੈਣ ਲਈ ਜਾਏਗੀ। ਉੱਥੇ ਸਿੰਗਾਪੁਰ ਹੀ ਜਾ ਰਹੀ ਹੈ ਜਾਂ ਕਿਤੇ ਹੋਰ? ਹਾਂ, ਫਿਲਹਾਲ ਤਾਂ ਆਈ ਥਿੰਕ ਸੋ, ਬਾਕੀ ਡਿਪਾਰਟਮੈਂਟ ਨੂੰ ਜ਼ਿਆਦਾ ਪਤਾ ਹੈ ਜੀ। ਹਾਂ, ਹੁਣ ਟੂਰ ਬਾਈ ਟੂਰ ਜਿਹੜਾ ਵਾ ਸਕੂਲਾਂ ਨੂੰ ਨਿਖੇਰਨ ਦੀ ਤਿਆਰੀ ਸਰਕਾਰ ਲਗਾਤਾਰ ਕਰ ਰਹੀ ਹੈ। ਲਗਾਤਾਰ ਕਰ ਰਹੀ ਹੈ ਜੀ। ਹਾਂ ਜੀ। ਹਾਂ। ਧੰਨਵਾਦ ਮੈਮ, ਸਾਡੇ ਨਾਲ ਗੱਲਬਾਤ ਕਰਨ ਲਈ। ਤੁਹਾਡਾ ਕੀਮਤੀ ਸਮਾਂ ਜਿਹੜਾ ਸੀ ਲਿਆ। ਤੇ ਇਹ ਸਨ ਪ੍ਰਿੰਸੀਪਲ 36 ਪ੍ਰਿੰਸੀਪਲਾਂ ਦੇ ਵਿੱਚੋਂ ਜਿਨ੍ਹਾਂ ਨੇ ਸਿੰਗਾਪੁਰ ਦਾ ਟੂਰ ਕੱਢਿਆ ਔਰ ਸਾਡੇ ਨਾਲ ਸਾਰੀ ਗੱਲਬਾਤ ਸਾਂਝੀ ਕੀਤੀ। ਬੜਾ ਬਿਜੀ ਸਮਾਂ ਸੀ ਉਹਨਾਂ ਨੇ ਸਾਨੂੰ ਦਿੱਤਾ। ਤੇ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਮਨਜੋਤ ਮਾਜਰਾ ਇੰਨੇ ਨਾਲ ਵਿਦਾ ਲੈਣਾ ਆ। ਕੈਮਰਾਮੈਨ ਅਰੁਣ ਦੇ ਨਾਲ, ਧੰਨਵਾਦ।